सतनाम वाहिगुरु साहिब जियो। बिलावल महला पंजवा। बिखै बन फीका त्याग री सखिए, नाम महारस पियो। बिखै बन फीका त्याग री सखिए, नाम महारस पियो। बिन रस चाखे बुड गई सगली, सुखी न होवत जियो। मान महत ना सकत हिकाई, साधां दासी थियो। नानक से दर शोभावंते, जो प्रभु पुनः कियो। हर चंदौरी चित भ्रम सखिए, मृग तृष्णा द्रुम छाया। चंचल संग न चालती सखिए, अंत तज जावत माया। रस भोगन यत रूप रस माते, इन संग सुख न पाया। तन तन हर साध जन सखिए, नानक जिन्ही नाम ते आया। जाए बसो वड भागणी सखिए, संतां संग समाइयै। तह दुख न भूख न रोग व्यापै, चरण कमल लिव लाइयै। तह जन्म न मरण न आवण जाना, निहचल शरणी पाइयै। प्रेम बिछो न मोह व्यापै, नानक हर एक ध्याइयै। दृष्ट तार मन बेदया प्यारे, रतड़े सहज सुभाए। सेज सुहावी संग मिल प्रीतम, आनंद मंगल गुण गाए। सखी सहेली राम रंग राती, मन तन इछ पूजाए। नानक अचरज अचरज स्यों मिलया, कहना किछु न जाए। सखी सहेली राम रंग राती, मन तन इच्छ पूजाए। नानक अचरज अचरज स्यों मिलया, कहना कछु न जाए। वाहिगुरु जी का खालसा, वाहिगुरु जी की फतेह। जुगो जुग अटल धन धन गुरु ग्रंथ साहिब जी। गुरु पातशाह जी की अपार बख्शिश, शाम समय का पावन दीवान असी मान रहे हाँ। गुरबाणी व्याख्या अंदर बिलावल राग दे गुरु अर्जन साहब द्वारा उच्चारण किए शब्द सानू प्राप्त ने। जो बचन आपने जे हुणे बाणी रूप सरवण किया है, ये 4 पदे ने, 2 पदियां की तकरीर बड़े विस्तार दे नाल असी बीते च कीती है। अज 3 नंबर पदा इसे पावन बचन का असी विचारांगे। साहब जिक्र करते ने, जाए बसो वड भागणी सखिए, संतां संग समाइयै। तह दुख न भूख न रोग व्यापै, चरण कमल लिव लाइयै। गुरबाणी दे विच जीवन दे हर एक पक्ष नूं एड्रैस किया गया। मीन बाणी कोई भी जिहड़ा ऐसा आस्पैक्ट नहीं गा ह्यूमन लाइफ का, फिर गुरु साहब इज नॉट गिविंग अस टीचिंग्स और प्रोवाइडिंग अस सम सॉर्ट ऑफ आउटलाइन of some sort of duties which we have to fulfill to get happy life, जो कि उस रूप में महाराज बयान कर दे। पर कई बार नरोल अध्यात्मक
ਕੰਪਲੀਟ ਸਪਿਰਿਚੁਅਲ ਮੈਸੇਜ ਹੁੰਦਾ। ਕਿਉਂਕਿ ਬੰਦੇ ਦੀ ਲੋੜ ਸਿਰਫ ਤੇ ਸਿਰਫ ਫਿਜ਼ੀਕਲ ਸਾਈਡ 'ਤੇ ਨਹੀਂ ਹੈ ਕਿ ਅਸੀਂ ਸਾਰੇ ਆਪਣੇ ਸੈਂਸਸ ਦੇ, ਗਿਆਨ ਇੰਦਰੀਆਂ ਦੇ, ਕਰਮ ਇੰਦਰੀਆਂ ਦੇ ਮੁਹਤਾਜ ਹਾਂ। ਅੱਖਾਂ ਨੂੰ ਕੁਝ ਵੇਖਣ ਨੂੰ ਮਿਲੇਗਾ ਚੰਗਾ ਤਾਂ ਹੀ ਅੱਖਾਂ ਖੁਸ਼ ਰਹਿਣਗੀਆਂ, ਕੰਨਾਂ ਨੂੰ ਕੁਝ ਸੁਣਨ ਨੂੰ ਮਿਲੇਗਾ ਤਾਂ ਹੀ ਸਾਡਾ ਮਨ ਲੱਗੇਗਾ, ਮੂੰਹ ਦੇ ਵਿੱਚ ਮਨ ਪਾਉਂਦਾ ਖਾਣ ਨੂੰ ਪਏਗਾ ਤਾਂ ਹੀ ਸਾਨੂੰ ਖੁਸ਼ੀ ਮਿਲੇਗੀ। ਸੋ ਇਹ ਸਾਡੀ ਮੁਹਤਾਜ਼ਗੀ ਹੈ। ਵੀ ਆਰ ਆਲ ਸਲੇਵ ਆਫ ਦੀਸ ਥਿੰਗਸ ਐਂਡ ਦੈਟ ਇਜ਼ ਮਾਇਆ। ਅਸੀਂ ਸਾਰੇ ਇਹਦੀ ਗੁਲਾਮ, ਇਹਦੇ ਨਾਲ ਹੀ ਚੱਲਦਾ ਹੈ ਸਭ ਸੰਸਾਰ ਜਿਹੜਾ ਆ। ਪਰ ਕਿਤੇ ਕਿਤੇ ਖਾਣ ਪਾਣ, ਰਹਿਣ ਸਹਿਣ, ਕੁਦਰਤੀ ਖੇਡ ਵੀ ਹੁੰਦੀ ਹੈ ਅਤੇ ਕਈ ਵਾਰੀ ਅਵੇਅਰਨੈਸ ਵੀ ਹੁੰਦੀ ਹੈ। ਜਾਗਰਤ ਅਵਸਥਾ, ਜਿਹਨੂੰ ਅਸੀਂ ਆਤਮ ਕ੍ਰਾਂਤੀ ਦੀ ਅਵਸਥਾ ਕਹਿੰਦੇ ਹਾਂ। ਮੋਸਟਲੀ ਵੀ ਲਿਵ ਇਨ ਆਤਮ ਭ੍ਰਾਂਤੀ। ਵੀ ਆਰ ਨੋਟ ਅਵੇਅਰ ਐਟ ਆਲ। We are only happy when we have some sort of reward in this world. Then we have that feeling, yes, we are getting something. ਜੇ ਕਿਤੇ ਨਾ ਹੋਏ ਤਾਂ ਸਾਨੂੰ ਲੋਸ ਲੱਗਣ ਲੱਗ ਜਾਂਦਾ ਹੈ। ਕੰਜ਼ਿਊਮਰਿਜ਼ਮ ਇਸੇ ਕਰਕੇ ਅੱਜ ਦੀ ਦੁਨੀਆ ਦੀ ਸਭ ਤੋਂ ਵੱਡੀ ਬਿਮਾਰੀ ਹੈ। ਲੋਕ ਇਸ ਕਰਕੇ ਸਮਾਨ ਨਹੀਂ ਖਰੀਦਦੇ ਕਿ ਉਹਨਾਂ ਨੂੰ ਲੋੜ ਆ। ਲੋਕ ਇਸ ਕਰਕੇ ਸਮਾਨ ਖਰੀਦਦੇ ਕਿ ਸਮਾਨ ਖਰੀਦ ਕੇ ਖੁਸ਼ੀ ਮਿਲਦੀ ਹੈ। ਸਪੈਂਡਿੰਗ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਬਿਕੋਜ਼ ਦੇ ਨੀਡ ਸਮਥਿੰਗ। ਨੋ 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 ਨੋ। ਸਪੈਂਡਿੰਗ ਇਸ ਕਰਕੇ ਕਿ ਸਪੈਂਡਿੰਗ ਪ੍ਰੋਵਾਈਡ ਦੈਮ ਸਮ ਸੋਰਟ ਆਫ ਹੈਪੀਨੈਸ। ਇਹ ਜਿਹੜੀ ਹੈ ਅਲਾਮਤ, ਇਹ ਬੰਦੇ ਦੀ ਮੁੱਢ ਕਤੀਬਾਂ ਤੋਂ ਰਹੀ ਹੈ। ਅਤੇ ਅੱਜ ਦੀ ਦੁਨੀਆ ਤਾਂ ਹੀ ਧਰਤੀ ਦੇ ਸਾਰੇ ਸੋਰਸ ਖਤਮ ਕਰਨ 'ਤੇ ਆ ਗਏ। ਆਲਮੋਸਟ ਹਰ ਚੀਜ਼ ਮੁਕਾਉਣ ਲੱਗੇ ਹਾਂ ਅਸੀਂ। ਕਿਉਂਕਿ ਕਾਹਲੀ ਪਈ ਹੈ ਨਾ ਬਹੁਤ ਜ਼ਿਆਦਾ, ਭੋਗਣ ਦੀ, ਮਾਨਣ ਦੀ, ਅਹਿਸਾਸਣ ਦੀ, ਸਭ ਰੂਪਾਂ ਦੇ ਵਿੱਚ। ਜਿਹੜਾ ਇਸ ਦੇ ਪਿੱਛੇ ਸਭ ਸ਼ੋਅ ਰਨ ਕਰਦੀ ਜਿਹੜੀ ਸ਼ਕਤੀ, ਜਿਹੜੀ ਹਸਤੀ, ਉਹਦੇ ਬਾਰੇ ਬਹੁਤਾ ਅਹਿਸਾਸ ਵੀ ਨਹੀਂ ਹੈਗਾ। ਇਹ ਅਵੇਅਰਨੈਸ ਹੈ। ਇਹਨੂੰ ਜਾਗਰਤੀ ਕਿਹਾ ਜਾਂਦਾ, ਇਹਨੂੰ ਜਗਿਆਸਾ ਕਿਹਾ ਜਾਂਦਾ। ਜਗਿਆਸੂ ਹੋ ਜਾਂਦਾ ਬੰਦਾ। ਖੈਰ, ਗੁਰਬਾਣੀ ਦੇ ਵਿੱਚ ਸਭ ਚੀਜ਼ਾਂ ਦੇ ਬਾਬਤ ਮੈਸੇਜ ਆ। ਇਸ ਬਾਬਤ ਵੀ ਬਹੁਤ ਮੈਸੇਜ ਹੈ। ਜਿਵੇਂ ਅੱਜ ਦਾ ਬਚਨ ਹੀ ਹੈ, ਕਿਉਂਕਿ ਜਿਹੜਾ ਬਚਨ ਹੈ, ਤੈਂ ਦੁੱਖ ਨਾ ਭੂਖ ਨਾ ਰੋਗ ਵਿਆਪੈ। ਸੰਸਾਰਕ ਤੌਰ 'ਤੇ ਕਦੀ ਵੀ ਐਸਾ ਟਾਈਮ ਨਹੀਂ ਹੋਏਗਾ ਜਦੋਂ ਸਾਨੂੰ ਦੁੱਖ ਨਹੀਂ ਹੋਏਗਾ, ਭੁੱਖ ਨਹੀਂ ਹੋਏਗੀ, ਰੋਗ ਨਹੀਂ ਹੋਏਗਾ। ਬੜੀ ਹੈਲਦੀ ਅਵਸਥਾ ਦੇ ਵਿੱਚ ਵੀ ਬੰਦਾ ਡੈਫੀਨੇਟਲੀ ਕੁਛ ਨਾ ਕੁਛ ਲੈਕ ਕਰੇਗਾ। ਬੰਦੇ ਦੇ ਅੰਦਰ ਜੇ ਡਿਟੇਲ 'ਚ ਬਲੱਡ ਵਰਕ ਕਰਾਓਗੇ, ਡਿਟੇਲ ਦੇ 'ਚ ਆਪਣੇ DNA ਨੂੰ ਟੈਸਟ ਕਰਾਓਗੇ, ਡਿਟੇਲ 'ਚ ਆਪਣੀ ਜਿਹੜੀ ਹੈਗੀ ਹੈ ਸਾਰੇ ਦੀ ਸਾਰੀ ਫਿਜ਼ੀਓਲੋਜੀ ਨੂੰ ਸਮਝੋਗੇ ਤਾਂ ਕੁਛ ਨਾ ਕੁਛ ਨਿਕਲ ਆਵੇਗਾ। ਇਹ ਤਾਂ ਅਵਸਥਾ ਕਦੀ ਵੀ ਨਹੀਂ ਰਹਿ ਸਕਦੀ। ਭੁੱਖ ਦੀ ਅਵਸਥਾ ਤਾਂ ਇਹ ਹੈ ਵੀ ਬੰਦੇ ਨੂੰ ਰੱਜ ਕੇ ਖਵਾ ਦਿਓ ਅਤੇ ਖਾਂਦਿਆਂ ਖਾਂਦਿਆਂ ਹੀ ਬੰਦੇ ਨੂੰ ਸਪੋਜ਼ ਕਰੋ ਪੇਟ ਭਰ ਵੀ ਜਾਏ ਅਤੇ ਸਾਹਮਣੇ ਕੋਈ ਹੋਰ ਚੀਜ਼ ਆ ਜਾਏ। someone is eating some sort of snacks, samosa, anything, and meanwhile someone is actually offering something else very sweet. ਬੰਦਾ ਕਹੇ ਵੀ ਓਹ ਪੇਟ ਤੇ ਭਰ ਗਿਆ ਪਰ ਨਾ ਖਾਣਾ ਤੇ ਆ ਸੀਗਾ। ਭੁੱਖ ਤੇ ਉੱਥੇ ਹੀ ਹੈ। ਵੀ ਹੁਣ ਅੰਦਰ ਤੇ ਨਹੀਂ ਪਾ ਸਕਦਾ ਬਟ ਉਹ ਤੇ ਚੀਜ਼ ਵਾਸਤੇ ਅੰਦਰ ਲਲਕ ਹੈ। ਸੋ ਇਹ ਕਿਵੇਂ ਹੋ ਸਕਦਾ ਕਿ ਭੁੱਖ ਨਾ ਹੋਏ? ਇਹ ਕਿਵੇਂ ਹੋ ਸਕਦਾ ਦੁੱਖ ਨਾ ਹੋਏ? ਇਹ ਕਿਵੇਂ ਹੋ ਸਕਦਾ ਰੋਗ ਨਾ ਹੋਏ? ਸੋ ਡੈਫੀਨੇਟਲੀ ਮਹਾਰਾਜ ਇਜ਼ ਸੇਇੰਗ ਸਮਥਿੰਗ ਐਲਸ। ਇਹ ਕਿਸੇ ਹੋਰ ਚੀਜ਼ ਦੀ ਬਾਤ ਹੋ ਰਹੀ ਹੈ ਹੁਣ ਇੱਥੇ। ਸੋ ਉਸ ਬਾਬਤ ਕਿਉਂਕਿ ਤੇ ਗੁਰਬਾਣੀ ਦਾ ਇੱਕ ਵੱਡਾ ਹਿੱਸਾ ਹੈ, ਜਿਹੜਾ ਵੱਡਾ ਹਿੱਸਾ ਸਿੱਧੇ ਤੌਰ 'ਤੇ ਸਮਾਜ ਵਿੱਚ ਬੁਰਾਈਆਂ, ਸਾਡੀਆਂ ਕਮੀਆਂ, ਸਾਡੀਆਂ ਖਾਮੀਆਂ, ਉਹਨਾਂ 'ਤੇ ਐਮਫਸਾਈਜ਼ ਵਾਰ-ਵਾਰ ਕਰਦਾ ਆ। ਕਿਉਂਕਿ ਬ੍ਰਹਮ ਗਿਆਨ ਜਾਂ ਸੱਚ ਦਾ ਬਿਲਕੁਲ ਜਾਂ ਪਾਰ ਬ੍ਰਹਮਤਾ ਦੀ ਜਿਹੜੀ ਲੀਨਤਾ ਆ ਉਹ ਤਾਂ ਮਨੁੱਖ ਨੂੰ ਮਿਲੇਗੀ ਅਤੇ ਮਨੁੱਖ ਦਾ ਤਾਂ ਲੈਵਲ ਹੀ ਨਹੀਂ ਅਜੇ ਆਇਆ। ਅਜੇ ਤਾਂ ਬੰਦਾ ਪਸ਼ੂ ਤੋਂ ਬੱਤਰ ਹੈ। ਕਿਤੇ ਬਾਬਾ ਜੀ ਬਿਆਨ ਕਰਦੇ ਨਾ ਵੀ ਬੰਦੇ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੈ ਅੰਮ੍ਰਿਤ ਦੇ ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਉਹ ਬੰਦੇ ਤੇਰੇ ਨਾਲੋਂ ਪਸ਼ੂ ਚੰਗਾ ਆ। ਉਹ ਖੜ ਖਾਵੈ ਮਤਲਬ ਤੂੰ ਤੇ ਚੰਗੀਆਂ ਚੰਗੀਆਂ ਚੀਜ਼ਾਂ ਖਾਣਾ ਆ। ਮਤਲਬ ਜਿਹੜੀ ਬੈਸਟ ਗਰੋਸਰੀ ਹੈ ਬੈਸਟ ਤੋਂ ਬੈਸਟ ਬਾਏ ਕਰਕੇ ਲੈ ਕੇ ਆਉਣੀ ਹੈ। ਜੇ ਪੁਰਾਣੇ ਸਮੇਂ 'ਚ ਦੇਖਿਆ ਜਾਏ ਅਤੇ ਖੇਤਾਂ ਦੇ ਵਿੱਚ ਕਣਕ ਪੈਦਾ ਹੋਈ, ਕਣਕ ਦੇ ਵਿੱਚੋਂ ਦਾਣੇ ਕੱਢੇ, ਜਿਹੜਾ ਅਸਲ ਵਿੱਚ ਸਵਾਦਿਸ਼ਟ ਪਦਾਰਥ ਸੀ ਉਹਦੇ ਵਿੱਚ, ਉਹ ਬੰਦਾ ਆਪਣੇ ਅਤੇ ਆਪਣੇ ਬੱਚਿਆਂ ਦੇ ਖਾਣ ਲਈ ਲਾਇਆ। ਜੋ ਪਿੱਛੇ ਬਚੀ ਤੂੜੀ ਜਿਹੜੀ ਸਾਰੀ ਦੀ ਸਾਰੀ ਇਹ ਬਚੀ ਉਹ ਪਸ਼ੂ ਨੂੰ ਪਾ ਦਿੱਤੀ। ਪਸ਼ੂ ਨੇ ਤੂੜੀ ਖਾਧੀ ਪਰ ਨਿਰਮਲ ਨੀਰ ਚਿੱਟਾ ਦੁੱਧ ਦਿੱਤਾ। ਹੈ ਨਹੀਂ ਕਮਾਲ? ਖੜ ਖਾਵਾਂ ਅੰਮ੍ਰਿਤ ਦੇ ਚਣੇ ਬੀਜੇ, ਚਣਿਆਂ ਦੇ ਦਾਣੇ ਕੱਢ ਕੇ ਆਪ ਖਾਣ ਜੋਗੇ ਰੱਖ ਲਏ। ਜਿਹੜਾ ਪਿੱਛੇ ਭੂਸਾ ਬਚਿਆ ਉਹ ਪਸ਼ੂਆਂ ਨੂੰ ਪਾ ਦਿੱਤਾ ਗਿਆ। ਮਤਲਬ ਐਨੀ ਟਾਈਪ ਆਫ ਜੇ ਕਿਤੇ ਪੈਡੀ ਦੀ ਖੇਤੀ ਹੋ ਰਹੀ ਹੈ ਤਾਂ ਉਹਦੇ ਵਿੱਚ
ਜਿਹੜੇ ਵਿੱਚ ਉਹਦੇ ਚੌਲ ਨੇ, ਜਿਹੜੇ ਖਾਸ ਕਰਕੇ ਉਹਦੇ ਜਿਹੜੀ ਮੇਨ ਦਾਣੇ ਨੇ ਉਹਦੇ, ਉਹ ਕੱਢ ਲਏ। ਜਿਹੜਾ ਪਿੱਛੇ ਪੁਰਾਲ ਬਚਿਆ ਉਹ ਪਸ਼ੂਆਂ ਨੂੰ ਪਾ ਦਿੱਤਾ ਗਿਆ। ਤੇ ਸਾਹਿਬ ਕਹਿੰਦੇ ਇਹਦੇ ਨਾਲ ਤੇ ਉਹ ਚੰਗੇ ਨੇ। ਇਸ ਰੂਪ ਵਿੱਚ ਬਾਤ ਕੀਤੀ ਗਈ। ਫਿਰ ਇਹ ਵੀ ਹੈ, ਜੇ ਸਿਰਫ ਇਤਨਾ ਹੀ ਬੰਦੇ ਨੇ ਸੋਚ ਲਿਆ ਹੈ ਨਾ, ਖਾਣਾ ਪੀਣਾ, ਹੰਡਾਣਾ, ਪਰਿਵਾਰ ਪਾਲਣਾ, ਬੱਚੇ ਪਾਲਣੇ, that's the life, then what is the difference between human and animal? Animals are doing same thing, even ਵਧੀਆ ਕਰ ਰਹੇ ਨੇ। ਐਨੀਮਲਸ ਦੇ ਜੋ ਜਿਹੜੀ ਉਹਨਾਂ ਦੀ ਖਾਸ ਕਰਕੇ ਫੈਮਿਲੀ ਪਾਲਣ ਦਾ ਤਰੀਕਾ ਹੈ, ਸਭ ਕੁਛ ਉਹਨਾਂ ਨੂੰ ਲੈਸ ਐਨਰਜੀ ਲਗਾ ਕੇ ਚੰਗਾ ਰਿਜ਼ਲਟ ਪ੍ਰੋਡਿਊਸ ਕਰਨਾ ਹੁੰਦਾ। ਅਸੀਂ ਮੋਰ ਐਨਰਜੀ ਲਗਾ ਕੇ ਡੇ ਬਾਈ ਡੇ ਲੈਸ ਜਿਹੜੀ ਹੈਗੀ ਹੈ ਰਿਜ਼ਲਟ ਪ੍ਰੋਡਿਊਸ ਕਰ ਰਹੇ ਹਾਂ। ਸੋ ਇਹ ਵੀ ਚੀਜ਼ਾਂ ਹੈਗੀਆਂ ਨੇ। ਸੋ ਇਹ ਸਾਰੇ ਤੋਂ ਪਤਾ ਲੱਗਾ ਕਿ ਇਹ ਇਕੱਲਾ ਮਨੁੱਖੀ ਲਾਈਫ ਦਾ ਪਰਪਸ ਨਹੀਂ ਹੈਗਾ, ਪਰਪਸ ਕੋਈ ਹਾਇਰ ਲੈਵਲ ਦਾ ਵੀ ਹੈਗਾ। ਉਹ ਹਾਇਰ ਲੈਵਲ ਦਾ ਪਰਪਸ ਜਿਹੜਾ ਹੈ ਉਹ ਸਪਿਰਿਟ ਦੇ ਲੈਵਲ 'ਤੇ, ਸਪਿਰਿਚੁਅਲ ਸਾਈਡ 'ਤੇ ਅਵੇਅਰ ਹੋ ਜਾਣਾ, ਜਾਗਰਤ ਹੋ ਜਾਣਾ। ਉਸ ਬਾਬਤ ਬੰਦੇ ਦੇ ਅੰਦਰ ਇੱਕ ਜਗਿਆਸਾ ਪੈਦਾ ਹੋ ਜਾਣੀ, ਇੱਕ ਅੰਦਰ ਉਸ ਲੈਵਲ 'ਤੇ ਜਾਣ ਦੀ ਇੱਛਾ ਪੈਦਾ ਹੋ ਜਾਣੀ। ਸੋ ਆਹ ਜਿਹੜਾ ਬਚਨ ਅੱਜ ਆ ਰਿਹਾ, ਗੁਰੂ ਮਹਾਰਾਜ ਕਹਿੰਦੇ, ਜਾਏ ਬਸੋਂ ਵੱਡ ਭਾਗੀ ਸਖੀਏ ਸੰਤਾਂ ਸੰਗ ਸਮਾਈਏ। ਹੇ ਸਖੀਏ, ਹੇ ਸਤਸੰਗੀ ਸਖਾ, ਇਸ ਅਵਸਥਾ ਵਿੱਚ ਜਾ ਕੇ ਬਸ ਇੱਕ ਤਰ੍ਹਾਂ ਦੀ ਗੁਰੂ ਸਾਹਿਬ ਅਰਦਾਸ ਵੀ ਕਰਦੇ, ਸਾਨੂੰ ਅਸੀਸ ਵੀ ਦਿੰਦੇ। ਕਹਿੰਦੇ ਆਹ ਚੀਜ਼ ਆ, ਇਹਨੂੰ ਪ੍ਰਾਪਤ ਕਰੀਏ। ਜਾਏ ਬਸੋ ਵੱਡ ਭਾਗਣੀ ਸਖੀਏ, ਵੱਡੇ ਭਾਗਾਂ ਵਾਲੇ ਬਣ ਜਾਈਏ। ਵੱਡੇ ਭਾਗਾਂ ਵਾਲੇ ਇਸ ਤਰ੍ਹਾਂ ਵੀ ਲੈ ਲਈਏ, ਜਿਵੇਂ ਮੈਂ ਹਜੇ ਹੁਣੇ ਬਾਤ ਕੀਤੀ, ਜਿਹੜੀ ਕ੍ਰੇਵਿੰਗ ਆ, ਅੰਗਰੇਜ਼ੀ ਦਾ ਵਰਡ ਆ, ਜਿਹਨੂੰ ਕਹਿ ਲਓ ਅਸੀਂ ਲਾਲਸਾ ਕਹਿ ਸਕਦੇ ਹਾਂ। ਅਤੇ ਜੇ ਅਸੀਂ ਬਿਲਕੁਲ ਟਿਪੀਕਲ ਸਾਹਿਤਕ ਭਾਸ਼ਾ 'ਚ ਆ ਜਾਈਏ, ਗੁਰਮਤ ਸਕੂਲ ਵਾਲੀ ਭਾਸ਼ਾ ਦੇ ਵਿੱਚ, ਅਤੇ ਫਿਰ ਅਸੀਂ ਉਸ ਨੂੰ ਵਾਸ਼ਨਾ ਕਹਾਂਗੇ। ਜਿਹੜੀ ਇਹ ਵਾਸ਼ਨਾ ਹੈ, ਇਹ ਕਿਸੇ ਲੈਵਲ 'ਤੇ ਬੰਦਾ ਇਹਨੂੰ ਕੰਟਰੋਲ ਕਰ ਲਵੇ, ਕਿਸੇ ਲੈਵਲ 'ਤੇ ਗ੍ਰਿਪ ਕਰ ਲਵੇ, ਕਿਸੇ ਲੈਵਲ 'ਤੇ ਇਹਨੂੰ ਸਹੀ ਸ਼ੇਪ ਵਿੱਚ ਲੈ ਆਵੇ, ਵਡਭਾਗੀ ਹੋ ਗਿਆ ਬੰਦਾ। ਅਦਰਵਾਈਜ਼ ਬੰਦੇ ਦੇ ਅੰਦਰ ਜਿਹੜੀ ਇਹ ਹਾਲਤ ਆ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀਗਾ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਤ੍ਰਿਸ਼ਨਾ ਇੰਤਹਾ ਦੀ ਲਲਕ, ਇਤਨੀ ਲਲਕ। ਕਹਿੰਦੇ ਦੋ ਹੀ ਚੀਜ਼ਾਂ ਚਲਾ ਰਹੀਆਂ, ਵਾਸ਼ਨਾ ਤੇ ਤ੍ਰਿਸ਼ਨਾ। ਵਾਸ਼ਨਾ ਇਹ ਇਟ ਕੈਨ ਜਨਰੇਟ ਇਟ ਸੈਲਫ, ਆਪਣੇ ਆਪ ਇੱਛਾਵਾਂ ਪੈਦਾ ਹੋਈ ਜਾਣ। ਤ੍ਰਿਸ਼ਨਾ ਇਹਨੂੰ ਕੋਈ ਰਿਫਲੈਕਸ਼ਨ ਚਾਹੀਦੀ ਹੈ, ਕਿਸੇ ਦੂਜੇ ਵੱਲ ਵੇਖ ਕੇ ਅੰਦਰ ਇੱਛਾ ਪੈਦਾ ਹੋਏ। ਇਹ ਰੂਪ ਆ। ਇਹਨਾਂ ਦੋਨਾਂ ਦੇ ਵਿੱਚ ਹੀ ਬੰਦਾ ਦੋ ਚੱਕੀ ਦੇ ਪੁੜਨ 'ਚ ਸਭ ਸਾਡੀ ਜ਼ਿੰਦਗੀ ਸ਼ੇਪ ਲਈ ਤੁਰੀ ਲੱਗੀ ਜਾਂਦੀ ਹੈ। ਸਾਰੀ ਐਨਰਜੀ ਇਸੇ ਤਰੀਕੇ ਨਾਲ ਡਾਇਵਰਟ ਕਰੀ ਤੁਰਿਆ ਲੱਗਾ ਜਾਂਦਾ। ਅਤੇ ਫਿਰ ਉਹ ਕਰਦੀ ਕੀ ਹੈ, ਸਭ ਕਹਿੰਦੇ ਕਿ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਅਮਰ ਕਹਿੰਦੇ ਹੁਕਮ ਨੂੰ। ਸਿਰ 'ਤੇ ਇੱਕ ਇਨਵਿਜ਼ੀਬਲ ਫੋਰਸ ਆ ਕੇ ਬੈਠ ਜਾਂਦੀ, ਅਤੇ ਉਹ ਕਹਿੰਦੀ ਕਿ ਬਸ ਹੁਣ ਆਹ ਕੰਮ ਕਰ, ਇਸ ਪਾਸੇ ਚੱਲ, ਝੂਠ ਬੋਲ, ਠੱਗੀ ਕਰ, ਰਾਤ ਨੂੰ ਸੌਂ ਨਾ, ਚੈਨ ਨਹੀਂ ਆਉਣਾ ਚਾਹੀਦਾ, ਜਿੰਨੀ ਦੇਰ ਤੱਕ ਤੂੰ ਇਸ ਜਗ੍ਹਾ 'ਤੇ ਨਹੀਂ ਪਹੁੰਚਦਾ। ਇਹ ਜਿਹੜੀ ਫੋਰਸ ਆ, ਇਹ ਫਿਰ ਬੰਦੇ ਨੂੰ ਬਹੁਤ ਜ਼ਿਆਦਾ ਵੇਦਨ ਵੀ ਦਿੰਦੀ, ਪੀੜਾ ਵੀ ਦਿੰਦੀ। ਪਰ ਜਿਹਨੂੰ ਇਹਦੋਂ ਥੋੜ੍ਹੀ ਸਮਝ ਆ ਜਾਏ, ਉਹ ਵੱਡੇ ਭਾਗਾਂ ਵਾਲਾ ਆ, ਉਹ ਭਾਗ ਮਥੋਰ ਵਾਲਾ ਹੋ ਗਿਆ। ਉਹ ਸਮਝ ਗਿਆ ਕਿ ਜੀਵਨ ਦੀ ਅਪਰੋਚ ਕਿਸ ਰੂਪ ਵਿੱਚ ਆਉਣੀ ਚਾਹੀਦੀ ਹੈ। ਇੱਥੇ ਫਿਰ ਸੰਤੋਖ ਦਾ ਪੱਖ ਹੁੰਦਾ ਆ ਥੋੜ੍ਹਾ। ਗੁਰੂ ਬਾਬਾ ਜੀ ਬਿਆਨ ਕਰਦੇ, ਜਾਏ ਬਸੋ ਵੱਡ ਭਾਗਣੀ ਸਖੀਏ ਸੰਤਾਂ ਸੰਗ ਸਮਾਈਐ। ਸੰਤਾਂ ਸੰਗ ਸਮਾਈਐ, ਸੰਤ ਬਿਰਤੀ ਰੂਹਾਂ ਦੇ ਨਾਲ ਸਮਾ ਜਾਣਾ, ਉਹਨਾਂ ਦੇ ਨਾਲ, ਉਹਨਾਂ ਦੇ ਸੰਗੀ ਹੋ ਜਾਣਾ। ਅੱਜ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚ ਵੱਡੀ ਸਮੱਸਿਆ ਇਹ ਵੀ ਹੈ, ਜੇ ਅਸੀਂ ਐਜ਼ ਏ ਹਿਊਮਨ ਬੀਇੰਗ ਦੇਖਦੇ ਹਾਂ, ਲੈਕ ਆਫ ਸਪਿਰਿਚੁਅਲ ਪਰਸਨੈਲਿਟੀਜ਼। ਦੈਟ ਇਜ਼ ਵੀ ਆਰ ਲੈਕਿੰਗ ਬਿਗ ਟਾਈਮ। ਜਿਵੇਂ ਮੈਂ ਆਪਣੇ ਘਰ ਦੇ ਗੁਰਮੁਖਾਂ ਨੂੰ ਪੜ੍ਹਦਾ, ਗੁਰਮਤਿ ਆਸ਼ੇ ਨਾਲ ਪ੍ਰਣਾਈਆਂ ਹੋਈਆਂ ਰੂਹਾਂ ਨੂੰ ਪੜ੍ਹਦਾ। ਜਿਵੇਂ ਸਰਦਾਰ ਜਸਵੰਤ ਸਿੰਘ ਨੇਕੀ ਨੂੰ ਪੜ੍ਹੋ, ਕਮਾਲ ਦੀ ਸ਼ਖਸੀਅਤ, ਇੰਨਾ ਤਾਲੀਮ ਯਾਫ਼ਤਾ ਇਨਸਾਨ, ਲੰਬਾ ਸਮਾਂ ਹੈਡ ਆਫ ਦਾ PGI ਰਹੇ ਚੰਡੀਗੜ੍ਹ ਦੇ, ਨਾਮਵਰ ਵਰਲਡ ਰਿਨਾਊਂਡ ਸਾਈਕੋਲੋਜਿਸਟ ਸੀਗੇ। ਪੰਜਾਬੀ ਜ਼ਬਾਨ 'ਚ ਪੋਇਟ ਬੜੇ ਵਧੀਆ ਰਹੇ ਹੋ। ਇਸ ਤੋਂ ਬਿਨਾਂ ਗੁਰਮਤਿ ਆਸ਼ੇ ਦੇ ਵਿੱਚ ਲਿਖਾਰੀ ਬੜੇ ਕਮਾਲ ਦੇ ਸੀਗੇ। ਉਹਨਾਂ ਦੀ ਕਿਤਾਬ ਅਰਦਾਸ ਕਮਾਲ ਦਾ ਦਸਤਾਵੇਜ਼ ਹੈ, ਪੜ੍ਹਨ ਵਾਲਾ ਦਸਤਾਵੇਜ਼ ਹੈ। ਜਾਂ ਗੁਰਮਤਿ ਮਨੋਵਿਗਿਆਨ, ਜਿਹੜਾ ਲਾਸਟ ਉਹਨੇ ਲਿਖਿਆ ਕਿਤਾਬ 'ਚ, ਉਹ ਵੀ ਕਮਾਲ ਦੀ ਚੀਜ਼ ਆ। ਅਤੇ ਜੇ ਉਹਨਾਂ ਦੇ ਜੀਵਨ ਯਾਪਨ ਨੂੰ ਪੜ੍ਹੋਗੇ ਤੁਸੀਂ,
तो फिर वो बयान करते कि किन्ना समा वो भाई वीर सिंह की संगत च रहे। बीइंग ए स्टूडेंट जदों समा बनना मतलब आपो अपनी इच्छा होंदी है ना, जिमें मतलब एक डिज़ायर है बंदे की तो उन्होंने फोर्स कर दी। किसी की डिज़ायर होंगी भी वैन एवर आई हैव टाइम आई गोना वॉच मूवी, वैन एवर आई हैव टाइम आई गोना विजिट समवेयर एक्चुअली जोड़ा है मैं पहाड़ विजिट करन जावांगा, मैं फलां जगह जावांगा, इस किस्म आई विल डू पार्टी। कहते एको इच्छा होनी भी जदों किते समा बने भाई वीर सिंह कोल पहुँच जाइए बस। एंड उत्थे जाके करना कुछ नहीं करना, शैडोइंग उन्होंने कोल बहना रहना सहना बस इस तरीके दे विच ही हैगा। जो उन्होंने कहता वो कर दिता, उन्होंने कोल रहे आले दुआले। ये आप आया ये संग आ असल दे विच अध्यात्मी तल दे उत्ते। ते इहदे च जिहड़ा इहदा सैटबैक आया, इहदे च वड्डा नुकसान ये है कि जिहड़ी हिपोक्रेसी है उन्होंने पछानना बहुत औखा है। जिमें तुसी देखो कैसे लोग होणगे, किन्ना बिलीव करते होणगे चर्च ते, किन्ना बिलीव करते होणगे अपने इष्ट ते। जदों अज तुसी चर्च की इतनी वड्डे लैवल ते जिहड़ी हैगी बच्चों की खास करके एक्सप्लोटेशन ते हरासमेंट बारे सुनते हो। मैं तो मतलब सर्वाइवल जिहड़े ने जिहड़े सर्वाइवर उहदे विचों आए बहुत सारे साडे साडी काउंसलिंग की स्टडीज़ दे बहुत सारे ऐसे सीगे जिहड़े सर्वाइवर सीगे उत्थों। तो मैं तो उन्होंने जो स्टोरी सुनता आई गॉट टोटली शॉक्ड। फैमिली कित्थे सी, फैमिली बिलीव ही इन्ना करती सी। धार्मिक बंदा आ, बच्चा धार्मिक बंदे कोल नहीं बैठेगा तो किहदे कोल बैठेगा। पर होया कि अल्टीमेटली ये सब चीज़ां जिहड़ियां ने इस समाज दे विच समाज एवें नहीं निकरदा, कल्ट इनू कहा गया है। सो ये चीज़ां ने लोगों का मतलब एक मल्टी लैवल का नुकसान किया। पहला ये कि धर्म संस्था तो विश्वास उठ गया। पीपल ऑलवेज थिंक व्हेन वी टॉक अबाउट रिलीजन और रिलीजियस बॉडीज और ऑर्गेनाइज रिलीजियस स्कूल्स, दैट मीन वी आर टॉकिंग अबाउट कल्ट। व्हेन समवन इज क्लेमिंग दैट सम सॉर्ट ऑफ religious exercise that individual is doing, that mean it's hypocrisy. सो ये दो चीज़ां ने उन्होंने फिर खा लिया सारे नूं। अदरवाइज मतलब जिहड़ा हैगा आ ऐसा एहसास होना जिवें मतलब एक रूप विच किसी ने कुछ बात कहती, किसी का बचन ही रब का बचन हो गया। क्योंकि प्रभ जी बसें साध की रसना, उहदे लफ्ज़ नहीं है गए, असल च तो रब का ही हुक्म हो गया उस रूप के विच। कहता कि बच्चे आ काम नहीं करना, बच्चे आ काम करना है, बच्चे तुसी इत्थे पहुँच जाना है, तुसी आ कर लोगे, दैट्स मोर दैन एनफ। एक आत्म विश्वास की धारा दे विच चले जाना। पर इस सारे च मैं जी फिर विनती करन लगा वां कि ड्यू टू हिपोक्रेसी, ड्यू टू सम सॉर्ट ऑफ लैकिंग ऑफ दीज वर्च्यूज़ एंड दीज क्वालिटीज़, ह्यूमैनिटी ने बड़ा सफ़र किया तो बड़ा सफ़र कर रही है अज की तारीख भी। जे मैं छोटा जिहा एक एग्जाम्पल देवां, मेरे एक बड़े नॉन परिवार हैगे ने इंग्लैंड दे विच, ते वो बहुत साल पहलां दी गल आ, हुण ते टाइम हो गया किते मुलाकात नहीं हो पाई। तो मैं बाय चांस उन्होंने कोल मैनूं रात रहने का मौका बनया। अदरवाइज आई मोस्टली ट्राई टू स्टे इन गुरुद्वारा साहिब, और there are some actually very close by my families. I stay with them whenever I went there. But somehow उदों बहुत शुरुआती दौर मेरे ख्याल जो मैं अजे इंटरनेशनल ट्रैवल करना शुरू किया सीगा, तो उदों उन्हां कोल रहा मैं तो जो मैं सवेरे उठिया तो I got very actually big surprise that each and every individual has done his or her नितनेम। छोटे छोटे बच्चियां ने भी नितनेम किया। मैनूं बड़ी हैरानगी हुई। मैं ऐसा मतलब अपने परिवारों भी नहीं सी देखा कदे। आई नैवर हैव सीन दैट काइंड ऑफ एक्चुअली एक्सरसाइज एट ऑल। मतलब बाहर तो किते की देखना होंदा किसी ने। तो फिर जिहड़ा हैगा वैसटर्न वर्ल्ड दे विच ते नैचुरली दैट टाइम आई हैव विजिटेड फ्यू कंट्रीज एंड मैं देखा सीगा कि किन्ना इत्थे बिजी लाइफ स्टाइल होंदा है। खैर मैं थोड़ा क्यूरीअस भी सीगा कि कमाल है भी, बड़ी ज़बरदस्त प्रैक्टिस है।
ਆਪਾਂ ਜਦੋਂ ਸਵੇਰ ਦਾ ਬ੍ਰੇਕਫਾਸਟ ਵਗੈਰਾ ਕੀਤਾ, ਗੱਲਾਂ ਬਾਤਾਂ ਹੋਈਆਂ, ਉਦੋਂ ਹੀ ਬੈਠ ਕੇ ਨਾਲ ਲੰਮੀ ਮਹਿਫਲ ਸੱਜ ਗਈ। ਆਪਾਂ ਖੂਬ ਗੱਲਾਂ ਬਾਤਾਂ ਕਰਦੇ ਰਹੇ। ਅਤੇ ਮੈਂ ਉਹਦੇ ਵਿੱਚ ਹੀ ਪੁੱਛਿਆ, ਮੈਂ ਕਿਹਾ ਵੀ ਆਹ ਤਾਂ ਚੀਜ਼ ਤੁਹਾਡੀ ਜਿਹੜੀ ਹੈਗੀ ਨਾ, ਇਹ ਤਾਂ ਬੜੀ ਮਤਲਬ ਐਡਮਾਇਰਡ ਚੀਜ਼ ਹੈ ਅਤੇ ਆਈ ਰੀਅਲੀ ਸਲੂਟ ਦੈਟ ਸੋਰਟ ਆਫ ਐਕਸਰਸਾਈਜ਼। ਅਤੇ ਉੱਥੇ ਜਿਹੜੇ ਘਰ ਦੇ ਮੁਖੀ ਸੀਗੇ ਬਜ਼ੁਰਗ ਮਾਤਾ ਜੀ, ਉਹ ਕਹਿੰਦੇ ਫਿਰ ਤੁਹਾਨੂੰ ਇਹਦੀ ਪਿਛਲੀ ਕਹਾਣੀ ਦਾ ਨਹੀਂ ਪਤਾ। ਮੈਂ ਕਿਹਾ ਜੀ ਮੈਂ ਤਾਂ ਪਹਿਲੀ ਵਾਰੀ ਮਿਲ ਰਿਹਾ ਤੁਹਾਨੂੰ, ਮੈਨੂੰ ਤਾਂ ਕਹਿੰਦੇ ਸੀ ਦੱਸਦੇ ਹਾਂ ਤੁਹਾਨੂੰ। ਕਹਾਣੀ ਕੀ ਸੀ ਕਿ ਫੈਮਿਲੀ ਆਈ ਸੀਗੀ ਅਸਲ ਦੇ ਵਿੱਚ ਅਫਰੀਕਾ ਤੋਂ। ਅਫਰੀਕਾ ਦੇ ਵਿੱਚ ਫਾਰਮਰ ਸੀਗੇ, ਦੂਰ ਦੂਰ ਜਿਹੜਾ ਹੈਗਾ ਫਾਰਮਰਸ ਨੂੰ ਜਿਵੇਂ ਬ੍ਰਿਟਿਸ਼ ਕੋਲੋਂ ਲੈਂਡ ਮਿਲੀ ਜਾਂ ਉੱਥੇ ਜੋਬਸ ਵਗੈਰਾ ਕਰਨ ਦੇ ਦੌਰਾਨ ਉਹਨਾਂ ਨੇ ਕੁਝ ਲੈਂਡਸ ਖਰੀਦੀ, ਉੱਥੇ ਆਪ ਆਪਣੇ ਡੇਰੇ ਬਣਾ ਲਏ, ਫਾਰਮ ਹਾਊਸਿਸ ਵਿੱਚ ਫੈਮਿਲੀ ਰਹਿੰਦੀਆਂ। ਜਿਵੇਂ ਸਿੱਖੀ ਦੀ ਐਕਸਰਸਾਈਜ਼ ਹੈਗਾ ਕਿ ਆਪਣੀ ਨੀਡ ਦੇ ਅਕੋਰਡਿੰਗਲੀ ਅਸੀਂ ਗੁਰਦੁਆਰਾ ਸੰਸਥਾ ਸਥਾਪਿਤ ਕਰਦੇ। ਦੈਟ ਇਜ਼ ਅ ਗ੍ਰੇਟ ਐਕਸਰਸਾਈਜ਼ ਬੀਇੰਗ ਅ ਸਿੱਖ ਬਿਲੀਵਰ। ਉਹ ਕਹਿੰਦੇ ਸਾਰੇ ਉਹ ਡੇਰਿਆਂ ਸੋਚਿਆ ਇੱਕ ਵਿਚਕਾਰ ਇੱਕ ਸਾਂਝੀ ਜਗ੍ਹਾ 'ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰ ਲਈਏ, ਸੁੱਖ ਦੁੱਖ ਦੇ ਸਮੇਂ ਜਾਵਾਂਗੇ, ਜਦੋਂ ਲੰਘਦੇ ਵੜਦੇ ਮੱਥਾ ਟੇਕਾਂਗੇ, ਗੁਰੂ ਸਾਹਿਬ ਦੇ ਦਰਸ਼ਨ ਹੋਣਗੇ, ਬਾਣੀ ਸੁਣਾਂਗੇ, ਸੰਗਤ ਹੋਏਗੀ ਉੱਥੇ। ਸੋ ਇੱਕ ਫੋਕਲ ਪੁਆਇੰਟ ਲੱਭ ਕੇ ਉੱਥੇ ਸੀ ਇੱਕ ਛੋਟਾ ਜਿਹਾ ਅਸਥਾਨ ਜਿਹੜਾ ਹੈਗਾ, 2 ਕਮਰੇ ਸਜਾ ਤੇ ਬਰਾਂਡਾ ਬਣਾ ਤਾ, ਮਹਾਰਾਜ ਦਾ ਪ੍ਰਕਾਸ਼ ਹੋ ਗਿਆ। ਗ੍ਰੰਥੀ ਸਾਹਿਬ ਦੇ ਤੌਰ 'ਤੇ ਪਿੰਡਾਂ ਦੇ ਵਿੱਚੋਂ ਮਤਲਬ ਬਿਲਕੁਲ ਕਹਿੰਦੇ ਕਿ ਉਤੋਂ ਪਾਰਟੀਸ਼ਨ ਵਗੈਰਾ ਅਜੇ ਨਹੀਂ ਸੀ ਹੋਇਆ, ਅਤੇ ਉਸ ਸਮੇਂ ਦੇ ਵਿੱਚੋਂ ਅਸੀਂ ਉੱਥੋਂ ਚੇਲਮ ਵਾਲੀ ਸਾਈਡ ਤੋਂ ਅਸੀਂ ਇੱਕ ਗ੍ਰੰਥੀ ਸਾਹਿਬ ਲਿਆਏ। ਬਹੁਤ ਬਜ਼ੁਰਗ ਫਕੀਰ ਸ਼ਖਸ, ਵਾਕਿਆ 'ਚ ਸੰਤ ਬਿਰਤੀ, ਉਹ ਉੱਥੇ ਆਏ ਅਤੇ ਉਹਨਾਂ ਨੂੰ ਹੁਣ ਮਹਾਰਾਜ ਦੀ ਸੇਵਾ ਦਾ ਸਮਾਂ ਸੀਗਾ, ਉਹਨਾਂ ਦੇ ਕੋਲ ਉਹਨਾਂ ਨੂੰ ਦਿੱਤਾ ਗਿਆ। ਉਹਨਾਂ ਨੂੰ ਕਿਹਾ ਗਿਆ ਕਿ ਭਾਈ ਗੱਲ ਇਹ ਹੈ ਕਿ ਹੁਣ ਕਿਉਂਕਿ ਇੱਥੇ ਸਾਰੇ ਦੂਰ ਦੂਰ ਰਹਿੰਦੇ ਨੇ ਅਤੇ ਤੁਹਾਨੂੰ ਇੱਥੋਂ ਦੀ ਲੈਂਗੁਏਜ ਵਗੈਰਾ ਨਹੀਂ ਆਉਂਦੀ, ਨਹੀਂ ਤਾਂ ਕੋਈ ਬਲੈਕ ਕਮਿਊਨਿਟੀ 'ਚ ਤੁਹਾਡੇ ਕੋਲ ਕੋਈ ਬੰਦਾ ਰੱਖਦੇ ਨੇ ਮਤਲਬ ਤੁਹਾਡੀ ਸੇਵਾ ਵਾਸਤੇ। ਅਤੇ ਉਹ ਕਹਿੰਦੇ ਸੇਵਾ ਦੀ ਮੈਨੂੰ ਲੋੜ ਨਹੀਂ ਬਹੁਤੀ, ਮੈਂ ਤਾਂ ਬਿਲਕੁਲ ਐਨ ਮਤਲਬ ਠੀਕ ਹੈ, ਮੈਂ ਸਭ ਆਪਣੇ ਮੇਰੇ ਨੈਣ ਪ੍ਰਾਣ ਚੱਲਦੇ ਨੇ, ਆਈ ਵਿਲ ਡੂ ਮਾਈ ਐਕਚੁਅਲੀ ਵਰਕ ਬਾਈ ਮਾਈ ਸੈਲਫ। ਉਹ ਕਹਿੰਦੇ ਨਹੀਂ ਪ੍ਰਸ਼ਾਦਾ ਲੰਗਰ ਪਾਣੀ, ਅਤੇ ਉਹ ਕਹਿੰਦੇ ਲੰਗਰ ਪਾਣੀ ਦਾ ਇਸ ਤਰ੍ਹਾਂ ਹੈਗਾ ਕਿ ਮੈਨੂੰ ਕੋਈ ਬਹੁਤ ਜ਼ਿਆਦਾ ਛਕਣ ਛਕਾਉਣ ਦਾ ਹੈ ਨਹੀਂ ਗਾ, ਸਾਰੇ ਦਿਨ 'ਚ ਇੱਕ ਵਾਰੀ ਪ੍ਰਸ਼ਾਦਾ ਛਕਣਾ ਹੁੰਦਾ, ਅਤੇ ਉਹ ਮੈਂ ਦੁਪਹਿਰ ਹੋਣ ਤੋਂ ਪਹਿਲਾਂ ਅਤੇ ਸਵੇਰ ਹੋਣ ਤੋਂ ਬਾਅਦ ਇੱਕ ਸਮੇਂ ਛਕ ਲਾਂਗਾ। ਰਾਤ ਦਾ ਜਿਹੜਾ ਹੈਗਾ ਉਹਦੀ ਕੋਈ ਬਹੁਤੀ ਲੋੜ ਨਹੀਂ, ਉਹਦਾ ਮੈਂ ਕੁਝ ਆਪਣਾ ਹੀ ਇੱਥੇ ਛੋਟਾ ਮੋਟਾ ਬਣਾ ਕੇ ਖਾ ਲਾਂਗਾ, ਅਤੇ ਅਰਲੀ ਮਾਰਨਿੰਗ ਉੱਠਣਾ ਹੁੰਦਾ। ਠੀਕ ਹੈ ਜੀ। ਉਹਦੇ ਲਈ ਕਹਿਣ ਲੱਗੇ ਵੀ ਦੱਸੋ ਫਿਰ ਅਸੀਂ ਘਰ ਵੰਡ ਲੈਂਦੇ ਹਾਂ, ਕਿਹੜੇ ਕਿਹੜੇ ਘਰ 'ਚ ਹੋਵੇ। ਉਹ ਕਹਿੰਦੇ ਨਹੀਂ ਤੁਹਾਨੂੰ ਘਰ ਵੰਡਣ ਦੀ ਕੋਈ ਲੋੜ ਨਹੀਂ, ਤੁਹਾਡੇ ਸਾਰੇ ਘਰਾਂ ਦੇ ਚੁੱਲ੍ਹਾ 'ਤੇ ਬਣਦਾ, ਚੁੱਲ੍ਹਾ 'ਤੇ ਪੱਕਦਾ ਨਾ ਰੋਜ਼, ਤਵਾ 'ਤੇ ਗਰਮ ਹੁੰਦਾ ਹਰ ਰੋਜ਼, ਯੂ ਗਾਇਜ਼ ਈਟ ਡੈਫੀਨੇਟਲੀ। ਉਹ ਕਹਿੰਦੇ ਹਾਂਜੀ ਬਿਲਕੁਲ। ਕਹਿੰਦੇ ਬਸ ਠੀਕ ਹੈ, ਜਿੱਥੇ ਕਿਤੇ ਤੁਸੀਂ ਖਾਓਗੇ ਪਕਾਓਗੇ, ਆਪਾਂ ਵੀ ਇੱਕ ਦਿਨ ਕਿਸੇ ਦੇ ਘਰੇ ਜਾ ਕੇ ਛਕ ਲਾਂਗੇ। ਕਹਿੰਦੇ ਤੁਸੀਂ ਦੱਸ ਦਿਓ ਫਿਰ ਕਿਹੜੇ ਘਰ। ਕਹਿੰਦੇ ਨਹੀਂ ਸਪੈਸ਼ਲ ਪਕਵਾਨ ਨਹੀਂ ਚਾਹੀਦੇ, ਜੇ ਮੈਂ ਆਪਣੀ ਮਰਜ਼ੀ ਦੇ ਨਾਲ ਜਿੱਦਣ ਮੇਰਾ ਮਨ ਹੋਏਗਾ ਜਿਸ ਘਰ ਜਾਣਾ ਮੈਂ ਆਪ ਚਲਾ ਜਾਵਾਂਗਾ। ਚਲੋ ਜੀ, ਕੰਮ ਨਿਬੜਿਆ। ਉਹ ਹੋਇਆ ਇਹ ਕਿ ਉਹ ਜਦੋਂ ਮਤਲਬ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਕਹਿੰਦੇ ਤੁਰ ਕੇ ਤੋਂ ਉਸ ਘਰ ਪਹੁੰਚ ਜਾਣਾ। ਕਹਿੰਦੇ ਇਨ ਬਿਨ ਸਾਡਾ ਵੀ ਜਿਹੜਾ ਫੈਮਿਲੀ ਰਹਿੰਦੀ ਸੀ ਉਸ ਘਰ ਦੇ 'ਚੋਂ ਬੀਬੀ ਜੀ ਕਹਿੰਦੇ ਸਾਡੀ ਵਾਰੀ ਆਉਣੀ। ਮੇਰੀ ਸਾਸੂ ਮਾਂ ਉਦੋਂ ਸੱਸ ਸੀਗੀ ਮੇਰੀ, ਅਤੇ ਉਹ ਉਦੋਂ ਇੱਕ ਤਰ੍ਹਾਂ ਦੇ ਨਾਲ ਯੰਗ ਲੇਡੀ, ਛੋਟੇ ਬੱਚੇ ਸੀਗੇ ਅਸੀਂ, ਮੇਰਾ ਹਸਬੈਂਡ ਵਗੈਰਾ ਸੀਗੇ ਸਾਰੇ। ਅਤੇ ਉਹ ਦਿਨ ਦਾ ਦੁਪਹਿਰਾ ਲੱਗਣ ਵਾਲਾ ਹੋਇਆ ਅਤੇ ਉਹ ਬਾਬਾ ਜੀ ਆ ਗਏ ਅਤੇ ਆ ਕੇ ਉਹਨਾਂ ਨੇ ਫਤਿਹ ਬੁਲਾਈ। ਅਸੀਂ ਕਿਹਾ ਜੀ ਬਾਬਾ ਜੀ ਆਇਆਂ ਨੂੰ, ਬੈਠੋ। ਉਹਨਾਂ ਨੂੰ ਕੋਈ ਮੂੜਾ ਵਗੈਰਾ ਡਾ ਕੀਤਾ, ਬੈਠ ਕੇ ਕਹਿਣ ਲੱਗੇ ਬੀਬਾ ਪਹਿਲਾਂ ਤਾਂ ਗਲਾਸ ਪਾਣੀ ਦਿਓ। ਉਹਨਾਂ ਨੇ ਪਾਣੀ ਦਿੱਤਾ ਪੀਣ ਵਾਸਤੇ। ਕਹਿੰਦੇ ਹੁਣ ਬਈ ਪ੍ਰਸ਼ਾਦਾ ਛਕਣਾ, ਅਤੇ ਜੋ ਬਣਿਆ ਹੈ ਜੋ ਬਣਾ ਰਹੇ ਹੋ ਉਹਦੇ ਵਿੱਚੋਂ ਛਕ ਲਵਾਂਗੇ। ਉਹ ਕਹਿੰਦੀ ਜੀ ਆਇਆਂ ਨੂੰ ਬਾਬਾ ਜੀ, ਬਹੁਤ ਅਸੀਂ ਤਾਂ ਬੜੇ ਦਿਨਾਂ ਤੋਂ ਉਡੀਕ ਰਹੇ, ਬਾਬਾ ਜੀ ਆਏ ਨਹੀਂ ਸਾਡੇ ਵੱਲੇ। ਕਹਿੰਦੇ ਬਸ ਹੁਣੇ ਬਣਾ ਦਿੰਦੇ ਹਾਂ, ਤਾਜ਼ੇ ਪ੍ਰਸ਼ਾਦੇ ਲਾਉਂਦੇ ਹਾਂ ਸਭ। ਉਹ ਕਹਿੰਦੇ ਉਹ ਤਾਂ ਠੀਕ ਹੈ ਬੇਟਾ ਜੀ, ਪਰ ਸਿਰਫ ਰਾਏ ਇਤਨੀ ਹੈ ਕਿ ਸਵੇਰੇ ਨਿਤਨੇਮ ਕੀਤਾ ਸੀ। ਉਹ ਕਹਿਣ ਲੱਗੇ ਬਾਬਾ ਜੀ ਵੀ ਮੈਂ ਝੂਠ ਨਹੀਂ ਬੋਲਦੀ, ਨਹੀਂ ਕੀਤਾ। ਉਹ ਕਹਿੰਦੇ ਵੀ ਕੋਈ ਗੱਲ ਨਹੀਂ ਬੇਟਾ, ਜਲ ਛਕ ਲਿਆ, ਅੱਜ ਦੀ ਪ੍ਰਲਬ ਦੇਣੀ ਆਪਾਂ ਜਾ ਰਹੇ ਹਾਂ। ਉਹ ਕਹਿੰਦੇ ਬਾਬਾ ਜੀ ਮੈਂ ਹੁਣ ਕਰ ਲੈਂਦੇ। ਉਹ ਕਹਿੰਦੇ ਨਹੀਂ ਬੇਟਾ, ਬਸ ਫਿਰ ਸੀ ਜਿੱਦਣ ਮੌਜ ਹੋਏਗੀ ਫਿਰ ਆਵਾਂਗੇ, ਪਰ ਹਾਂ ਛਕਾਂਗੇ ਉਦੋਂ ਹੀ ਜਿੱਦਣ ਕੋਈ ਨਿਤਨੇਮ ਕੀਤਾ ਹੋਏਗਾ। ਓ ਮਾਈ ਗੁੱਡਨੈਸ, ਬਜ਼ੁਰਗ ਆਦਮੀ, ਸੰਤ ਬਿਰਤੀ ਰੂਹ, ਬਿਲਕੁਲ ਨਿਸਵਾਰਥ ਭਾਵ ਵਾਲੀ ਸ਼ਖਸੀਅਤ। ਕਿਤਨੀ ਦੂਰੋਂ ਕਹਿੰਦੀ ਕਿ ਉੱਥੋਂ ਕੋਈ 3-4 ਕਿਲੋਮੀਟਰ ਦਾ ਸਫ਼ਰ ਹੋਣਾ, ਪੰਧ ਹੋਣਾ। ਉਹ ਪੈਦਲ ਭੁੱਖਾ ਕਰਕੇ ਆਇਆ, ਪਾਣੀ ਦਾ ਗਲਾਸ ਪੀ ਕੇ ਭੁੱਖਾ ਹੀ ਵਾਪਸ ਚਲਾ ਗਿਆ। ਮੇਰੀ ਸੱਸ ਦੱਸਦੀ ਹੈ, ਕਹਿੰਦੀ ਉਹ ਰੋਈ ਵੀ ਉਹਨੇ ਬੜਾ। ਉਹ ਕਹਿੰਦੇ ਬੇਟਾ ਕੁਛ ਵੀ ਕਰਨ ਦੀ ਲੋੜ ਨਹੀਂ ਹੈ, ਇਹ ਕਰਤਾਰ ਦੀ ਵਿਧਿਆ, ਉਹਦਾ ਆਪਣਾ ਤਰੀਕਾ ਆ। ਸੋ ਇਹ ਹੈ ਵੀ ਆਵਾਂਗੇ ਦੁਬਾਰਾ, ਇਹ ਤੁਹਾਡੇ ਨਾਲ ਕੋਈ ਨਾਰਾਜ਼ਗੀ ਥੋੜ੍ਹਾ ਆ। ਅੱਜ ਨਹੀਂ ਸੀ ਪ੍ਰਸ਼ਾਦਾ ਇਸ ਰੂਪ ਛਕਣ ਦਾ, ਤੇ ਨਹੀਂ ਸੀ ਛਕਣ ਦਾ।
ਹੁਣ ਇਹ ਬਾਤ ਕੋਈ ਬੰਦਾ ਵਜੀਦੀਆ ਕਿਸੇ ਰੂਪ ਵਿੱਚ ਹੋਰ ਤਰ੍ਹਾਂ ਵੀ ਕਹਿ ਸਕਦਾ ਆ, ਕਿਸੇ ਢੰਗ ਨਾਲ ਵੀ ਕਹਿ ਸਕਦਾ ਆ, ਪਰ ਇੱਕ ਤਰੀਕਾ ਆ। ਉਹ ਕਹਿੰਦੇ ਖੈਰ ਉਹ ਤੇ ਬਿਨਾਂ ਪ੍ਰਸ਼ਾਦਾ ਛਕਣ ਤੋਂ ਤੁਰ ਗਏ, ਪਰ ਸਾਡੇ ਘਰ ਗੰਢ ਵੱਜ ਗਈ ਵੀ ਘਰ ਦੇ 'ਚ ਚੁੱਲ੍ਹਾ ਪੱਕੇਗਾ ਉਦੋਂ ਜਦੋਂ ਨਿਤਨੇਮ ਹੋਏਗਾ, ਅਦਰਵਾਈਜ਼ ਨਹੀਂ ਹੋਏਗਾ। ਇਹ ਜਿਹੜਾ ਰੂਪ ਆ, ਦੇਖੋ ਕਿਤਾਬਾਂ ਪੜ੍ਹ ਕੇ, ਗਿਆਨ ਪੜ੍ਹ ਕੇ, ਪੋਥੀਆਂ ਪੜ੍ਹ ਕੇ, ਬਹੁਤ ਕੁਝ ਪੜ੍ਹ ਕੇ ਵੀ ਕਈ ਵਾਰੀ ਬੰਦੇ ਦੇ ਪੱਲੇ ਕੁਛ ਨਹੀਂ ਪੈਂਦਾ ਜੋ ਇੱਕ ਜੀਵੰਤ ਜੀਵਨ ਸਿਖਾ ਦਿੰਦਾ ਆ। ਤੇ ਇਹਦੇ ਲਈ ਜ਼ਰੂਰੀ ਨਹੀਂ ਕੋਈ ਸ਼ਖਸ ਬੜੇ ਵੱਡੇ ਚੋਲੇ ਵਾਲਾ ਆ, ਬੜੇ ਵੱਡੇ ਕੁਝ ਮਤਲਬ ਜਿਹਨੂੰ ਬਾਬਾ ਕਬੀਰ ਜੀ ਨੇ ਤੇ ਕਮਾਲ ਹੀ ਕੀਤੀ ਨੇ। ਅਸੀਂ ਬਚਨ ਪੜ੍ਹਦੇ ਹਾਂ, ਮੱਥਾ ਤਿਲਕ ਹੱਥ ਮਾਲਾ ਬਾਨਾ, ਅਸੀਂ ਬਚਨ ਪੜ੍ਹਦੇ ਹਾਂ, ਗੱਜ ਸਾਡੇ ਤਹਿ ਤਹਿ ਧੋਤੀਆਂ ਤੇਰੇ ਪਾਇਨ ਤੱਕ ਗਲੀ ਚ ਨਾ ਜਪ ਮਾਲੀਆਂ, ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤਨਾ ਆਖੀਆਂ ਬਨਾਰਸ ਕੇ ਠੱਗ। ਭਾਈ ਇਹ ਬਨਾਰਸੀ ਠੱਗਾਂ ਦੀ ਬਾਤ ਨਹੀਂ ਹੋ ਰਹੀ, ਇਹ ਸੰਤ ਬਿਰਤੀ ਦੀ ਬਾਤ ਹੋ ਰਹੀ ਹੈ। ਸੋ ਐਸੀ ਜਿਹੜੀ ਮੈਂ ਭਾਈ ਵੀਰ ਸਿੰਘ ਜੀ ਦੀ ਬਾਤ ਕੀਤੀ, ਪ੍ਰੋਫੈਸਰ ਪੂਰਨ ਸਿੰਘ ਜੀ ਦੀ ਬਾਤ ਕਰੀਏ, ਪਿਛਲੇ ਸਮੇਂ 'ਚ ਐਸੀਆਂ ਰੂਹਾਨੀ ਨੂਰਾਨੀ ਰੂਹਾਂ ਜਿਨ੍ਹਾਂ ਨੇ ਜੀਵਨ ਨੂੰ ਇਸ ਰੂਪ ਵਿੱਚ ਕਮਾਇਆ ਬਣਾਇਆ, ਜਿਨ੍ਹਾਂ ਦਾ ਸੰਖ ਕਿਸੇ ਨੇ ਮਾਣਿਆ, ਜੀਵਨ ਬਦਲਿਆ। ਗੁਰੂ ਬਾਬਾ ਜੀ ਬਿਆਨ ਕਰ ਰਹੇ ਨੇ ਇੱਥੇ, ਜਾਏ ਬਸੋ ਵੱਡ ਭਾਗਣੀ ਸਖੀਏ ਸੰਤਾਂ ਸੰਗ ਸਮਾਈਏ, ਤਹ ਦੁਖ ਨਾ ਭੂਖ ਨਾ ਰੋਗ ਵਿਆਪੈ, ਚਰਨ ਕਮਲ ਲਿਵ ਲਾਈਐ। ਅਦਰਵਾਈਜ਼ ਸਾਡਾ ਸਾਰਾ ਸੰਬੰਧ ਲਾਲਸਾ ਦਾ ਹੈ, ਵਾਸ਼ਨਾ ਦਾ ਹੈ, ਤ੍ਰਿਸ਼ਨਾ ਦਾ ਹੈ। ਅਸੀਂ ਇਹਦੇ ਵਿੱਚੋਂ ਸੰਬੰਧ ਸਥਾਪਿਤ ਕਰਦੇ ਹਾਂ। ਜਿਹੜਾ ਨਿਸ਼ਕਾਮ ਤੇ ਨਿਸਵਾਰਥ ਆ, ਇਹ ਭਾਵ ਦਾ ਸੰਬੰਧ ਆ, ਇਹ ਬੜਾ ਅਲਾਹੀ ਹੈ। ਗੁਰੂ ਨਾਲ ਵੀ ਬੰਦਾ ਗੁਰਦੁਆਰੇ ਆ ਇੱਕ ਨਿਸ਼ਕਾਮ ਭਾਵ ਦੇ ਨਾਲ, ਬਸ ਗੁਰੂ ਦੀ ਬਾਣੀ ਸੁਣਨ ਨਾਲ ਚੱਲਿਆ, ਦੀਦਾਰ ਪਾਣ ਚੱਲਿਆ ਗੁਰੂ ਦੇ, ਉੱਥੇ ਬੈਠਾਂਗੇ ਥੋੜੇ ਪੱਲੇ। ਇਹ ਸਮਾਂ ਜ਼ਿੰਦਗੀ ਦਾ ਬੈਸਟ ਸਮਾਂ ਹੋਏਗਾ ਮੇਰੇ ਵਾਸਤੇ। ਅਹਿਸਾਸ, ਇਸ ਕਿਸਮ ਦਾ ਇੱਕ ਅਹਿਸਾਸ ਅੰਦਰ ਆ ਜਾਏ, ਸਮਝੋ ਬੰਦੇ ਦੀ ਇੱਕ ਸਪਿਰਿਚੁਅਲ ਜਰਨੀ ਸ਼ੁਰੂ ਹੋ ਗਈ। ਇੱਥੇ ਫਿਰ ਨਾ ਦੁੱਖ ਹੈ, ਨਾ ਰੋਗ ਹੈ, ਨਾ ਭੋਗ ਹੈ, ਨਾ ਹੋਰ ਕੋਈ ਚੀਜ਼ ਨਹੀਂ ਹੈ। ਇਹਨੂੰ ਸਾਹਿਬ ਨੇ ਕਿਹਾ ਸੀਗਾ, ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਨਿਰਵਾਣ ਇਹ ਉਹਦੀ ਕੀਰਤੀ ਹੈ। ਤੇ ਮਹਾਰਾਜ ਕਹਿੰਦੇ ਗਰੰਟੀ ਮੈਂ ਤੈਨੂੰ ਦੇਣਾ, ਨਿਮਕ ਸਿਮਰਤ ਜਿਤ ਛੂਟ ਹੈ। ਜੇ ਕਿਤੇ ਇੱਕ ਨਿਮਕ ਪਾਲੇ ਵੀ, ਜੇ ਇਹੋ ਜਿਹੀ ਬਿਰਤੀ, ਥੋੜੇ ਸਮੇਂ ਇਹੋ ਜਿਹਾ ਅਹਿਸਾਸ, ਇਹੋ ਜਿਹੀ ਫੀਲਿੰਗ ਤੇਰੇ ਅੰਦਰ ਆ ਗਈ, ਛੁਟਕਾਰਾ ਹੋ ਗਿਆ, ਮੁਕਤੀ ਗਰੰਟੀ ਮੈਂ ਦੇਣਾ ਤੈਨੂੰ, ਮੋਕਸ਼। ਕਿਆ ਤੈਂ ਦੁਖ ਨਾ ਭੂਖ ਨਾ ਰੋਗ ਵਿਆਪੈ, ਚਰਨ ਕਮਲ ਲਿਵ ਲਾਈਐ। ਉਹਦੇ ਕੌਲ ਰੂਪੀ ਚਰਨਾਂ ਦੇ ਨਾਲ ਲਿਵ ਲੱਗ ਗਈ। ਅਹਿਸਾਸ ਇਤਨਾ ਗਾੜਾ, ਇਤਨਾ ਡਾਢਾ ਜੁੜ ਗਿਆ। ਤੈਂ ਜਨਮ ਨਾ ਮਰਨ ਨਾ ਆਵਣ ਜਾਣਾ, ਨਿਹਚਲ ਸ਼ਰਣੀ ਪਾਈ ਹੈ। ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀਗੀ ਕਿ ਇੱਕ ਬਹੁਤ ਸਪਿਰਿਚੁਅਲ ਸਾਈਡ ਦੀ ਬਾਤ ਹੋ ਰਹੀ ਹੈ। ਹੁਣ ਜੰਮਣਾ ਮਰਨਾ ਇਹ ਸਭ ਚੀਜ਼ਾਂ ਇਸ ਤਰ੍ਹਾਂ ਹੈ ਕਿ ਵੈਸਟਰਨਾਈਜ਼ ਵਰਲਡ ਨੇ ਜਿਹੜਾ ਕਲਚਰ ਡਿਵੈਲਪ ਕੀਤਾ, ਸਿਵਲਾਈਜੇਸ਼ਨਸ ਦੇ ਜਿਸ ਲੈਵਲ 'ਤੇ ਅਸੀਂ, ਜਿਸ ਪੀਕ 'ਤੇ ਅਸੀਂ ਆਏ ਹਾਂ, ਇੱਥੇ ਹਾਲਤ ਇਹ ਬਣ ਚੁੱਕੀ ਹੈ ਕਿ ਮਰਨ ਜਿਹੜੀ ਚੀਜ਼ ਆ, ਉਸ ਨੂੰ ਬਿਲਕੁਲ ਹਾਸ਼ੀਏ 'ਤੇ ਲੈ ਗਏ ਆ। ਨਾ ਮਰਨਾ ਦਿਸਦਾ ਆ, ਨਾ ਮਰਨਾ ਵਾਪਰ ਰਿਹਾ ਆ, ਨਾ ਮਰਨਾ ਹੋ ਰਿਹਾ। ਈਵਨ ਜਿਹੜੇ ਮਰਨ ਦੇ ਨੇੜੇ ਵੀ ਜਾਂਦੇ, ਉਹਨਾਂ ਵਾਸਤੇ ਓਲਡ ਹੋਮ ਬਣ ਚੁੱਕੇ ਨੇ। ਗੋ ਦੇਅਰ। ਫੈਮਿਲੀ ਦੇ ਵਿੱਚ ਜਿੱਥੇ ਮਤਲਬ ਇੱਕ ਐਵਰੇਜ ਫੈਮਿਲੀ ਦੇ ਵਿੱਚ ਦੇਖਿਆ ਜਾਏ, ਜਿੱਥੇ ਨਾ ਬਜ਼ੁਰਗ ਨੂੰ ਸਟਰਗਲ ਕਰਦੇ ਨੂੰ ਵੇਖਿਆ, ਨਾ ਬਜ਼ੁਰਗ ਦੀ ਹਾਲਤ ਦੇਖੀ, ਨਾ ਉਸ ਰੂਪ ਦੇ ਵਿੱਚ ਸਾਰੇ ਬੱਚਿਆਂ ਦੇਖਿਆ ਹੀ ਕੁਛ ਨਹੀਂ। ਉਹ ਤੇ ਉਦੋਂ ਗਏ ਜਦੋਂ ਗ੍ਰੈਂਡ ਮਾਂ ਗ੍ਰੈਂਡ ਪਾ ਦੇ ਕੋਲ ਘੰਟੇ 2 ਘੰਟੇ ਲਈ, ਐਂਡ ਜਸਟ ਦੇ ਆਰ ਲਾਫਿੰਗ ਐਂਡ ਡਾਂਸਿੰਗ ਐਂਡ ਐਕਚੁਅਲੀ ਹੈਵਿੰਗ ਗੁੱਡ ਟਾਈਮ, ਐਂਡ ਆਫਟਰਵਰਡ ਦੇ ਲੈਫਟ। ਉਹਨਾਂ ਨੂੰ ਨਹੀਂ ਪਤਾ ਉਹਦੀ ਰਾਤ ਕਿਵੇਂ ਬਤੀਤ ਹੁੰਦੀ ਹੈ। ਜੇ ਆਪਾਂ ਦੇਖੋ ਮਿਥਿਹਾਸ ਮੰਨ ਲਓ, ਜਾਂ ਕਿਉਂਕਿ ਹਿਸਟਰੀ ਮੰਨ ਲਓ, ਪੁਰਾਣੇ ਰੂਪ ਦੇ ਵਿੱਚ ਗੌਤਮ ਸਿਧਾਰਥ ਬੁੱਧ ਬਣ ਗਿਆ, ਮਤਲਬ ਇਨਲਾਈਟਡ ਹੋ ਗਿਆ। ਕਦੋਂ ਹੋ ਗਿਆ? ਜਦੋਂ ਨੇ ਬੁੱਢੇ ਨੂੰ ਸਟਰਗਲ ਕਰਦੇ ਨੂੰ ਦੇਖਿਆ। ਤੁਰ ਨਹੀਂ ਹੋ ਰਿਹਾ ਉਹਦੇ ਤੋਂ, ਉਹਦੇ ਹੱਥ 'ਚ ਖੁੰਡੀ ਹੈ, ਬਹੁਤ ਬੁਰੀ ਹਾਲਤ ਆ। ਉਹ ਆਪਣੇ ਸਾਰਥੀ ਨੂੰ ਪੁੱਛਦਾ ਆ ਵੀ ਆਖਰਕਾਰ ਹੋਇਆ ਕੀ? ਉਹ ਕਹਿੰਦਾ ਹੋਣਾ ਕੀ, ਬੁੱਢਾ ਹੋ ਗਿਆ। ਕਹਿੰਦਾ ਬਿਮਾਰੀ ਹੋ ਗਈ? ਕਹਿੰਦਾ ਨਹੀਂ ਬਿਮਾਰੀ ਨਹੀਂ, ਕਿ ਇੱਥੇ ਪਹੁੰਚਣਾ ਆ। ਉਹ ਕਹਿੰਦਾ ਨੋ 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 ਨੋ, ਦੈਟਸ ਅਨਐਕਸੈਪਟੇਬਲ ਹੈ। ਸਿਰਫ ਇਸ ਵਾਸਤੇ ਤਾਂ ਮਦਰ ਨੇਚਰ ਨੇ ਇਹ ਨਹੀਂ ਬਣਾਇਆ ਹੋਣਾ, ਕੁਛ ਹੋਰ ਵੀ ਕਾਰਨ ਹੋਏਗਾ। ਇੱਥੋਂ ਬਾਤ ਸ਼ੁਰੂ ਹੋਈ। ਖੈਰ, ਇਹ ਸਭ ਚੀਜ਼ਾਂ ਸੋਸਾਇਟੀ 'ਚ ਬਿਲਕੁਲ ਹਾਸ਼ੀਏ 'ਤੇ ਲੈ ਗਏ। ਸੋ ਅੱਜ ਇਹ ਸਭ ਮਜ਼ਾਕ ਲੱਗਦਾ, ਜੋਕ ਲੱਗਦਾ ਵੀ ਇਹ ਕਿਹੜੀਆਂ ਗੱਲਾਂ ਕਰਦੇ ਹੋ, ਜੰਮਣ ਮਰ, ਰੀਇਨਕਾਰਨੇਸ਼ਨ ਵੀ ਕੋਈ ਹੁੰਦਾ,
ਸੈਲਵੇਸ਼ਨ ਵੀ ਕੋਈ ਚੀਜ਼ ਹੁੰਦੀ ਹੈ। ਗੁਰੂ ਬਾਬਾ ਜੀ ਬਿਆਨ ਕਰਦੇ ਨੇ, ਤੈਂ ਜਨਮ ਨਾ ਮਰਨ ਨਾ ਆਵਣ ਜਾਣਾ, ਨਿਹਚਲ ਸ਼ਰਣੀ ਪਾਇਆ। ਨਿਹਚਲ ਬਿਲਕੁਲ, ਜਿੱਥੇ ਬਿਲਕੁਲ ਟਿਕਾ ਆ ਗਿਆ। ਪ੍ਰੇਮ ਵਿਛੋ ਨਾ ਮੋਹ ਵਿਆਪੈ, ਨਾਨਕ ਹਰ ਏਕ ਧਿਆਈਐ। ਪ੍ਰੇਮ ਵਿਛੋ ਨਾ ਮੋਹ ਵਿਆਪੈ। ਪ੍ਰੇਮ ਦੀ ਇੱਕ ਸੁੱਚੀ ਅਵਸਥਾ ਵੀ ਹੈ, ਜਿਨ ਪ੍ਰੇਮ ਕਿਉ ਤਿਨ ਹੀ ਪ੍ਰਪਾਇਓ। ਪਰ ਇੱਕ ਮੋਹ ਦੀ ਅਵਸਥਾ ਵੀ ਹੈ। ਮੋਹ ਦੀ ਅਵਸਥਾ ਬਹੁਤ ਤੰਗ ਕਰਦੀ ਹੈ, ਬਹੁਤ ਹੀ ਤੰਗ ਕਰਦੀ ਹੈ। ਇਤਨੀ ਵੇਦਨ ਹੈ, ਇਤਨੀ ਪੀੜਾ ਆ। ਮੋਹ ਦਾ ਮਾਰਿਆ ਹੋਇਆ ਬੰਦਾ ਤੇ ਹਾਲਤ ਥੋੜ੍ਹੀ ਕੋਈ ਵੇਖਣ ਵਾਲੀ। ਬੰਦਾ ਮਤਲਬ ਸਪੋਜ਼ ਕਰੋ, ਇੱਥੇ ਅਸੀਂ ਡਾਇਸਪੋਰਾ 'ਚ ਬੈਠੇ ਹਾਂ। ਡਾਇਸਪੋਰਾ ਜਿੰਨਾ ਪ੍ਰਵਾਸੀ ਪੰਜਾਬੀ ਲਿਟਰੇਚਰ ਆ, ਸੌਰੀ ਟੂ ਸੇ, ਮੈਂ ਤਾਂ ਅਦਨਾ ਯਾਦ ਮੈਂ, ਮੈਨੂੰ ਤਾਂ ਇੰਨੀ ਸਮਝ ਨਹੀਂ ਹੈ, ਪਰ ਜਿਨ੍ਹਾਂ ਲੋਕਾਂ ਨੇ ਥੋੜ੍ਹੀ ਬਹੁਤੀ ਕਲਮ ਕਸਾਈ ਕੀਤੀ ਹੈ ਤੇ ਬਹੁਤੀ ਪੜ੍ਹ ਕੇ ਦੇਖੋਗੇ, ਬਸ ਇੱਕੋ ਚੀਜ਼ ਨੂੰ, ਬਰੋਤਿਆਂ ਨੂੰ ਰੋਈ ਜਾਂਦੇ ਨੇ, ਆਪਣਿਆਂ ਨੂੰ, ਪਿੰਡਾਂ ਨੂੰ ਰੋਈ ਜਾਂਦੇ ਨੇ ਆਪਣੇ ਉਸ। ਹਾਲਾਂਕਿ ਬਾਣੀ ਕਹਿੰਦੀ ਗਰਦਬ ਪ੍ਰੀਤ ਭਸਮ ਸੰਗ ਹੋਏ। ਇਹ ਖੋਤੇ ਦੀ ਬਿਰਤੀ ਏ ਜਿਹੜਾ ਮਿੱਟੀ ਨੂੰ ਰੋਂਦਾ ਆ, ਪਰ ਇਹ ਮੋਹ ਆ। ਹਾਲਾਂਕਿ ਰੋਣਾ ਤੇ ਅਸੂਲ ਨੂੰ ਰੋਵੋ, ਰੋਣਾ ਤੇ ਮਨੁੱਖਤਾ ਨੂੰ ਰੋਵੋ, ਰੋਵਣਾ ਤੇ ਹਾਇਰ ਲੈਵਲ ਤੇ ਕਿਸੇ ਕਦਰਾਂ ਕੀਮਤਾਂ ਨੂੰ ਰੋਵੋ। ਪਰ ਉਹਨਾਂ ਚੀਜ਼ਾਂ ਦੇ ਮਗਰ ਹੀ ਸਭ ਚੀਜ਼ਾਂ ਰੂਪਦੇ। ਸਾਰੀ ਤੁਸੀਂ ਫਿਲਮ ਇੰਡਸਟਰੀ ਦੇਖ ਲਓ, ਜਿਹੜੇ NRIs ਤੇ ਬਣੇ, ਡਾਇਸਪੋਰਾ ਦੇ ਉੱਤੇ ਬਣੇ, ਸਾਰਾ ਬਸ ਉਹੀ ਮੋਹ ਮੋਹ ਮੋਹ, ਮਿੱਟੀ ਮਿੱਟੀ ਆਵਾਜ਼ਾਂ ਮਾਰੀ ਜਾਂਦੀ, ਮਾਫੀ ਚਾਹਾਂ, ਉਹ ਇਸ ਰੂਪ ਦੇ ਵਿੱਚ ਆ। ਖੈਰ, ਇਹ ਪਦਾ ਇੱਥੇ ਸਮਾਪਤ ਹੋ ਰਿਹਾ। ਅਗਲੇ ਪਦੇ 'ਚ ਫਿਰ ਅਗਲੀ ਬਾਤ ਹੋਏਗੀ। ਸਮਾਂ ਸਮਾਪਤ ਆ। ਆਈ ਹੈਵ ਟੂ ਲੀਵ ਹੇਅਰ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਕਰਦਿਆਂ ਹੋਇਆਂ ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।